Dear students and my dear friends, today we are going to learn about robots, and our chapter is robots and people. प्यारे बच्चों, इंसान ने बहुत तरक्की की है। पुरातन समय ਦੇ ਪੱਥਰ ਯੁੱਗ ਤੋਂ ਲੈ ਕੇ ਅੱਜ ਤੱਕ ਦੇ ਉਸ ਦਾ ਸਫ਼ਰ ਚੰਦ ਅਤੇ ਮੰਗਲ ਗ੍ਰਹਿ ਤੱਕ ਇੱਕ ਬਹੁਤ ਲੰਬਾ ਸਫ਼ਰ ਹੈ। ਉਸ ਦੀ ਉੱਨਤੀ ਦਾ, ਸਾਇੰਸ ਦੀ ਉੱਨਤੀ ਦਾ, ਟੈਕਨੋਲੋਜੀ ਦੇ ਵਿੱਚ ਉਸ ਦੀ ਉੱਨਤੀ ਦਾ। ਪਿਆਰੇ ਬੱਚਿਓ, ਰੋਬੋਟਸ ਐਂਡ ਪੀਪਲ ਲੈਸਨ ਜਿਹੜਾ ਹੈ ਉਹ ਐਸੀਮੋਵ ਦੁਆਰਾ ਲਿਖਿਤ ਹੈ। ਇਸ ਚੈਪਟਰ ਵਿੱਚ ਲੇਖਕ ਜਿਹੜਾ ਹੈ ਰੋਬੋਟਸ ਦਾ ਸਾਡੇ ਜੀਵਨ 'ਚ ਕੀ ਰੋਲ ਹੈ ਔਰ ਭਵਿੱਖ ਦੇ ਵਿੱਚ ਇਹ ਕੀ ਕੰਮ ਕਰ ਸਕਦੇ ਹਨ, ਇਸ ਦੇ ਬਾਰੇ 'ਚ ਸਾਨੂੰ ਦੱਸਦਾ ਹੈ। ਪਿਆਰੇ ਬੱਚਿਓ, ਅਮਰੀਕਾ ਨੇ ਰੋਬੋਟਸ 'ਤੇ ਬੈਨ ਲਗਾ ਦਿੱਤਾ। ਉਸ ਦੇ ਤਰੱਕੀ ਦੇ ਵਾਸਤੇ ਉੱਧਰਲੇ ਪਾਸੇ ਕੰਮ ਕਰਨ ਲਈ ਉਹ ਹਿਚਕਿਚਾਹਟ ਮਹਿਸੂਸ ਕਰਨ ਲੱਗ ਪਏ, ਕਿਉਂਕਿ ਕਾਰਨ ਕੀ ਸੀ ਕਿ ਉਹਨਾਂ ਨੇ ਇਹ ਸੋਚਿਆ ਕਿ ਰੋਬੋਟਸ ਜਿਹੜੇ ਨੇ ਇੱਕ ਦਿਨ ਆਦਮੀ ਨੂੰ ਬਿਲਕੁਲ ਵਿਹਲਾ ਕਰ ਦੇਣਗੇ। ਮੈਨ ਵਿਲ ਬੀ ਆਊਟ ਆਫ ਜੌਬ ਡਿਊ ਟੂ ਦਿਸ ਰੋਬੋਟਸ। ਬੱਚਿਓ, ਇਹ ਤਰਕ ਜਿਹੜਾ ਹੈ ਕੋਈ ਬਹੁਤ ਸੋਲਿਡ ਨਹੀਂ ਹੈ। ਆਦਮੀ ਨੇ ਜਿਉਂ-ਜਿਉਂ ਤਰੱਕੀ ਕੀਤੀ, ਜਿਸ ਤਰ੍ਹਾਂ ਮਸ਼ੀਨਾਂ ਸਾਡੀ ਜ਼ਿੰਦਗੀ 'ਚ ਆਈਆਂ ਅਤੇ ਕੁਝ ਕਿੱਤੇ ਜਿਹੜੇ ਨੇ ਉਹ ਖਤਮ ਹੋ ਗਏ, ਕੁਝ ਲੋਕ ਬੇਕਾਰ ਹੋ ਗਏ। ਆਪਾਂ ਇੱਕ ਐਗਜ਼ਾਮਪਲ ਲਈਏ ਕਾਰਾਂ ਦੀ, ਆਟੋਮੋਬਾਈਲਸ 'ਤੇ। ਪਿਆਰੇ ਬੱਚਿਓ, ਆਟੋਮੋਬਾਈਲਸ, ਕਾਰਾਂ, ਸਕੂਟਰ, ਮੋਟਰਸਾਈਕਲ ਜਦੋਂ ਜ਼ਿੰਦਗੀ 'ਚ ਆਏ, ਟਰੱਕ ਆਏ, ਟਰਾਂਸਪੋਰਟੇਸ਼ਨ ਦਾ ਰੰਗ ਢੰਗ ਬਦਲ ਗਿਆ। ਉਸ ਦੇ ਨਾਲ ਬੈਲ ਗੱਡੀ, ਘੋੜੇ ਦੇ ਨਾਲ ਚੱਲਣ ਵਾਲੀ ਗੱਡੀ, ਉਹ ਖਤਮ ਹੋ ਗਈ। ਲੋਕਾਂ ਦਾ ਰੁਜ਼ਗਾਰ ਖਤਮ ਹੋ ਗਿਆ। ਇੱਕ ਵਾਰ ਲੋਕ ਇਹ ਸੋਚਣ ਲੱਗੇ ਕਿ ਸ਼ਾਇਦ ਜਿਹੜਾ ਹੈ ਇਹ ਚੀਜ਼ਾਂ ਸਾਡੇ ਰੁਜ਼ਗਾਰ ਨੂੰ ਖਤਮ ਕਰ ਦੇਣਗੀਆਂ। ਲੇਕਿਨ ਆਟੋਮੋਬਾਈਲਸ ਖੇਤਰ ਨੂੰ ਹੀ ਜੇ ਅਸੀਂ ਲੈ ਲਈਏ ਤਾਂ ਕਿੰਨੇ ਕਿੱਤੇ ਉਸ ਨਾਲ ਜੁੜ ਗਏ। ਸਾਰਿਆਂ ਤੋਂ ਪਹਿਲੇ ਉਸ ਦੀ ਡਿਜ਼ਾਈਨਿੰਗ, ਫਿਰ ਆਟੋਮੋਬਾਈਲਸ ਬਣਾਉਣ ਦੇ ਜਿਹੜੇ ਨੇ ਕਾਰਖਾਨੇ, ਉਸ ਲਈ ਕੱਚਾ ਸਮਾਨ, ਮਕੈਨਿਕਸ, ਫਿਰ ਸੇਲਜ਼ ਐਂਡ ਪਰਚੇਸਿੰਗ ਦੇ ਜਿਹੜਾ ਹੈ ਇੱਕ ਪੂਰਾ ਦਾ ਪੂਰਾ ਵਿਭਾਗ, ਫਿਰ ਉਹਨਾਂ 'ਚ ਪਾਉਣ ਲਈ ਜਿਹੜਾ ਤੇਲ ਹੈ, ਡੀਜ਼ਲ ਹੈ, ਉਸ ਦੇ ਲਈ ਡਰਿਲਿੰਗ ਆਫ ਵੈਲਸ, ਆਇਲ ਵੈਲਸ, ਅਤੇ ਇੱਕ ਬਹੁਤ ਵੱਡਾ ਜਿਹੜਾ ਖੇਤਰ ਆਦਮੀ ਨੂੰ ਮਿਲਿਆ ਕਿਸ ਚੀਜ਼ ਦਾ? ਰੁਜ਼ਗਾਰ ਦਾ। ਪਿਆਰੇ ਬੱਚਿਓ, ਇਸ ਦਾ ਇਹ ਅਰਥ ਹੈ ਕਿ ਜਦੋਂ ਜੀਵਨ ਦੇ ਵਿੱਚ ਮਸ਼ੀਨ ਨਵੀਂ ਆਉਂਦੀ ਹੈ, ਕੋਈ ਨਵੀਂ ਖੋਜ ਹੁੰਦੀ ਹੈ, ਉਸ ਦੇ ਨਾਲ ਮਾਨਵਤਾ ਦਾ ਜਿਹੜਾ ਹੈ ਫਾਇਦਾ ਹੀ ਹੁੰਦਾ ਹੈ। ਪਹਿਲੇ ਕੀ ਸੀ? ਆਦਮੀ ਹਰ ਕੰਮ ਖੁਦ ਕਰਦਾ ਸੀ। ਖਤਰਨਾਕ ਤੋਂ ਖਤਰਨਾਕ ਕੰਮ ਵੀ ਉਸ ਨੂੰ ਖੁਦ ਕਰਨਾ ਪੈਂਦਾ ਸੀ। ਮਾਈਨਸ ਦੇ ਵਿੱਚ ਜਾਣਾ, ਐਕਸਪਲੋਜ਼ਿਵਸ ਖਾਨਾਂ ਦੇ ਵਿੱਚ ਜਾਣਾ, ਜਾਂ ਕਹਿਣ ਦਾ ਮਤਲਬ ਡੇਂਜਰਸ ਜਿਹੜੇ ਵੀ ਕੰਮ ਸੀਗੇ, ਸਮੁੰਦਰ ਦੀ ਤਹਿ ਤੱਕ ਜਾਣਾ ਜਿਹੜਾ ਹੈ ਆਦਮੀ ਖੁਦ ਕਰਦਾ ਸੀ। ਲੇਕਿਨ ਅੱਜ ਜਿਹੜਾ ਹੈ ਇਹ ਕੰਮ ਸੰਭਾਲ ਲਿਆ ਕਿਸ ਨੇ? ਮਸ਼ੀਨਾਂ ਨੇ ਸੰਭਾਲ ਲਿਆ ਹੈ। ਪਿਆਰੇ ਬੱਚਿਓ, ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ, ਰੋਬੋਟਸ ਜਿਹੜੇ ਨੇ ਲਾਈਫ ਦੇ ਵਿੱਚ ਆਪਣਾ ਇੱਕ ਬਹੁਤ ਵੱਡਾ ਅਹਿਮ ਜਿਹੜਾ ਨੇ ਹਿੱਸਾ ਪਾ ਰਹੇ ਨੇ, ਔਰ ਇਹ ਸਾਡੀ ਜ਼ਿੰਦਗੀ ਨੂੰ ਬਹੁਤ ਖੁਸ਼ਨੁਮਾ ਕਰ ਰਹੇ ਨੇ। ਰੋਬੋਟਸ ਦਾ ਮਤਲਬ ਕੀ ਹੈ? ਰੋਬੋਟਸ ਦਾ ਮਤਲਬ ਹੈ ਇੱਕ ਸਮਾਰਟ ਮਸ਼ੀਨ ਜਿਹੜੀ ਮਕੈਨੀਕਲ ਡਿਵਾਈਸ ਹੈ ਉਸ ਨਾਲੋਂ 2 ਕਦਮ ਅੱਗੇ, ਅਤੇ ਉਸ ਨੂੰ ਬਣਤਰ ਦੇ ਦਿੱਤੀ ਜਾਂਦੀ ਹੈ ਇੱਕ ਵਿਅਕਤੀ ਦੀ।
ਉਹ ਆਦਮੀ ਵਾਂਗ ਹੀ ਲੈ ਸਕਦਾ, ਉਛਲ ਸਕਦਾ, ਉਹ ਦੌੜ ਸਕਦਾ ਹੈ। ਉਹ ਜਿਹੜਾ ਹੈ ਆਦਮੀ ਦੇ ਕਮਾਂਡ 'ਤੇ ਜਿਹੜਾ ਹੈ ਕੰਪਿਊਟਰ ਦੀ ਕਮਾਂਡ 'ਤੇ ਵੱਡੇ ਤੋਂ ਵੱਡਾ ਕੰਮ ਕਰ ਸਕਦਾ ਹੈ। ਬੱਚਿਓ, ਇੱਕ ਪ੍ਰਸ਼ਨ ਹੋਰ ਸਾਡੇ ਅੱਗੇ ਖੜਾ ਹੁੰਦਾ ਹੈ, ਉਹ ਇਹ ਹੈ ਕਿ ਕੀ ਰਾਬਰਟਸ ਜਿਹੜਾ ਹੈ ਉਹ ਆਦਮੀ ਦਾ ਵਿਕਲਪ ਹੈ? ਨਹੀਂ, ਆਦਮੀ ਦਾ ਉਹ ਵਿਕਲਪ ਨਹੀਂ ਹੈ। ਉਸ ਦਾ ਕਾਰਨ ਇਹ ਹੈ ਕਿ ਉਸ 'ਚ ਇਮੈਜੀਨੇਸ਼ਨ ਨਹੀਂ ਹੈ, ਉਸ 'ਚ ਕ੍ਰੀਏਟੀਵਿਟੀ ਨਹੀਂ ਹੈ, ਉਸ ਦੇ ਵਿੱਚ ਨਵੇਂ ਢੰਗ ਦੇ ਨਾਲ ਸੋਚਣ ਦੀ ਆਦਤ ਨਹੀਂ ਹੈ। ਸੋ ਬੱਚਿਓ, ਜਿਹੜਾ ਰਾਬਰਟਸ ਹੈ ਉਹ ਆਦਮੀ ਦਾ ਸਥਾਨ ਨਹੀਂ ਲੈ ਸਕਦਾ, ਉਹ ਆਦਮੀ ਦਾ ਵਿਕਲਪ ਨਹੀਂ ਹੈ। ਘੱਟੋ ਘੱਟ ਨੀਅਰ ਫਿਊਚਰ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਹੈ ਕਿ ਅਸੀਂ ਇਹ ਸੋਚ ਸਕੀਏ ਕਿ ਆਦਮੀ ਦਾ ਵਿਕਲਪ ਜਿਹੜਾ ਹੈ ਬਹੁਤ ਜਲਦੀ ਰਾਬਰਟਸ ਬਣ ਜਾਣਗੇ। ਪਿਆਰੇ ਬੱਚਿਓ, ਲੇਖਕ ਨੇ ਕਿਹਾ ਹੈ, ਇੱਕ ਉਦਾਹਰਨ ਦਿੱਤੀ ਹੈ ਕਿ ਮੈਂ ਕਿਤਾਬ ਲਿਖਣਾ ਚਾਹੁੰਦਾ। ਉਸ ਕਿਤਾਬ ਨੂੰ ਲਿਖਣ ਦੇ ਵਾਸਤੇ ਕਿਹੜਾ ਢੁਕਵਾਂ ਸ਼ਬਦ ਹੈ, ਕਿਹੜੀ ਸ਼ੈਲੀ ਦਾ ਮੈਂ ਇਸਤੇਮਾਲ ਕਰਨਾ ਹੈ, ਕਿਹੜੇ ਕਿਹੜੇ ਵਿਚਾਰ ਨੂੰ ਕਿੱਥੇ ਕਿੱਥੇ ਰੱਖਣਾ ਹੈ, ਉਸ ਦੀ ਐਡੀਟਿੰਗ ਕਿਵੇਂ ਕਰਨੀ ਹੈ, ਉਹ ਕੋਈ ਵੀ ਮਸ਼ੀਨ ਜਾਂ ਕੋਈ ਵੀ ਰੋਬੋਟਸ ਨਹੀਂ ਕਰ ਸਕਦਾ, ਉਹ ਮੈਨੂੰ ਹੀ ਕਰਨੀ ਪਏਗੀ। ਅਤੇ ਫਿਰ ਇਹ ਹੈ ਕਿ ਜਿਹੜੇ ਪ੍ਰਸ਼ਨ ਅਸੀਂ ਪਹਿਲੇ ਕੀਤਾ ਸੀ ਕਿ ਜਦੋਂ ਮਸ਼ੀਨ ਲਾਈਫ ਦੇ ਵਿੱਚ ਆਈਆਂ ਅਤੇ ਬਹੁਤ ਸਾਰੇ ਲੋਕ ਜਿਹੜੇ ਨੇ ਆਊਟ ਆਫ ਜੋਬ ਹੋ ਗਏ, ਕਿ ਰੋਬੋਟਸ ਆਉਣ ਦੇ ਨਾਲ ਆਦਮੀ ਨਿਠੱਲਾ ਹੋ ਜਾਏਗਾ, ਬੇਕਾਰ ਹੋ ਜਾਏਗਾ, ਜੋਬ ਬਹੁਤ ਸਾਰੀਆਂ ਚਲੀਆਂ ਜਾਣਗੀਆਂ? ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਉਂਕਿ ਇਸ ਉਦਯੋਗ ਦੇ ਵਿੱਚ ਵੀ ਬਹੁਤ ਸਾਰੇ ਨਵੇਂ ਕਿੱਤੇ ਆ ਜਾਣਗੇ, ਜਿੱਦਾਂ ਡਿਜ਼ਾਈਨਿੰਗ ਆਫ ਰੋਬੋਟਸ, ਮੈਨੂਫੈਕਚਰ ਦਾ ਹੈ ਕੰਮ, ਉਹਨਾਂ ਦੇ ਪਾਰਟਸ ਅਸੈਂਬਲ ਕਰਨ ਦਾ ਹੈ, ਇੰਸਟਾਲੇਸ਼ਨ ਦਾ ਹੈ, ਰੱਖ ਰਖਾਵ ਦਾ ਜਿਹੜਾ ਹੈ ਕੰਮ, ਉਹਨਾਂ ਦੇ ਰਿਪੇਅਰ ਦਾ ਕੰਮ, ਔਰ ਉਹ ਲੰਬੇ ਸਮੇਂ ਤੱਕ ਸਾਡੇ ਲਈ ਕੰਮ ਕਰਦੇ ਰਹਿਣ, ਉਹ ਸਾਰੇ ਦੇ ਸਾਰੇ ਕਿੱਤੇ ਜਿਹੜੇ ਨੇ ਇਸ ਦੇ ਨਾਲ ਜੁੜ ਜਾਣਗੇ ਔਰ ਜਿਹੜਾ ਹੈ ਜ਼ਿੰਦਗੀ ਬਹੁਤ ਖੁਸ਼ ਮਿਜ਼ਾਜ ਬਣ ਜਾਏਗੀ। ਬੱਚਿਓ, ਰੋਬੋਟਸ ਜਿਸ ਤਰੀਕੇ ਨਾਲ ਕੰਮ ਕਰਦਾ ਹੈ ਉਸ ਨੂੰ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸੀ ਕਹਿੰਦੇ ਹਾਂ। ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਹੈ ਉਹ ਮੂਲ ਰੂਪ ਦੀ ਇੰਟੈਲੀਜੈਂਸੀ ਜਿਹੜੀ ਬੰਦੇ ਦੇ ਕੋਲ ਹੈ ਉਸ ਦਾ ਜਿਹੜਾ ਹੈ ਵਿਕਲਪ ਨਹੀਂ ਹੋ ਸਕਦੀ। ਉਹ ਜਿਹੜਾ ਹੈ ਅਸੀਂ ਇਸ ਗੱਲ ਤੋਂ ਨਹੀਂ ਡਰਨਾ ਚਾਹੀਦਾ। ਹਾਂ, ਇੱਕ ਪੀਰੀਅਡ ਹੁੰਦਾ ਹੈ ਜਿਸ ਨੂੰ ਅਸੀਂ ਟ੍ਰਾਂਜੀਸ਼ਨ ਪੀਰੀਅਡ ਕਹਿੰਦੇ, ਬਦਲਾਵ ਦਾ ਪੀਰੀਅਡ ਹੁੰਦਾ, ਉਸ ਦੇ ਵਿੱਚ ਕੁਛ ਨਫੇ ਨੁਕਸਾਨ ਜ਼ਰੂਰ ਹੋ ਜਾਂਦੇ ਨੇ ਅਤੇ ਉਸ ਦਾ ਜਿਹੜਾ ਹੈ ਸਾਨੂੰ ਉਸ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਅਤੇ ਰੋਬੋਟ ਸੱਚਮੁੱਚ ਬੱਚਿਓ ਲਾਈਫ ਦੇ ਵਿੱਚ ਜਿਹੜੇ ਨੇ ਸਾਡੇ ਬਹੁਤ ਕੰਮ ਆ ਰਹੇ ਨੇ ਔਰ ਅੱਗੇ ਵੀ ਆਉਣ ਦੇ ਬਹੁਤ ਜ਼ਿਆਦਾ ਇਹ ਉਮੀਦ ਹੈ। ਪਿਆਰੇ ਬੱਚਿਓ, ਇਹ ਸਭ ਕੁਛ ਤੁਹਾਡੇ ਚੈਪਟਰ ਦੇ ਵਿੱਚ ਲਿਖਿਆ ਹੋਇਆ ਸੀ, ਲੇਖਕ ਨੇ ਲਿਖਿਆ ਸੀ, ਪਰ ਮੈਂ ਤੁਹਾਨੂੰ ਰੋਬੋਟਸ ਦੇ ਬਾਰੇ 'ਚ ਕੁਝ ਨਵੀਆਂ ਜਾਣਕਾਰੀਆਂ ਵੀ ਦੇਵਾਂਗਾ ਤਾਂ ਕਿ ਤੁਸੀਂ 2 ਕਦਮ ਅੱਗੇ ਹੋ ਨੌਲੇਜ ਦੇ ਵਿੱਚ। ਪਿਆਰੇ ਬੱਚਿਓ, ਹਾਲ ਦੇ ਵਿੱਚ ਹੀ ਕੁਝ ਬੜੇ ਅਜੀਬ ਔਰ ਬਹੁਤ ਦਿਲਚਸਪ ਰੋਬੋਟਸ ਵਿਗਿਆਨਕਾਂ ਨੇ ਬਣਾਏ ਨੇ। ਹਾਲ ਦੇ ਵਿੱਚ ਇੱਕ ਔਰਤ ਦਾ ਜਿਹੜਾ ਹੈ ਰੋਬੋਟਸ ਬਣਾਇਆ, ਉਹਦਾ ਨਾਮ ਦਿੱਤਾ ਗਿਆ ਸੋਫੀਆ। ਉਸਨੇ ਤਹਿਲਕਾ ਮਚਾ ਦਿੱਤਾ ਸਾਰੇ ਦੇ ਸਾਰੇ ਦੁਨੀਆ ਦੇ ਵਿੱਚ। ਅਤੇ ਬੇਟੇ, ਉਹ ਰੋਬੋਟਸ ਇੰਨਾ ਕੁ ਬੰਦੇ ਨਾਲ ਮਿਲਦਾ ਜੁਲਦਾ ਹੈ ਕਿ ਸਾਊਦੀ ਅਰਬੀਆ ਦੀ ਕੰਟਰੀ ਜਿਹੜੀ ਹੈ ਉਸਨੇ ਇਹਨੂੰ ਜਿਹੜਾ ਹੈ ਸਿਟੀਜ਼ਨ ਦਾ ਰੁਤਬਾ ਵੀ ਦੇ ਦਿੱਤਾ ਕਿ ਉਹ ਸਾਡੇ ਦੇਸ਼ ਦਾ ਨਾਗਰਿਕ ਹੈ। ਬੇਟੇ, 62 ਫੇਸ਼ੀਅਲ ਇੰਪ੍ਰੈਸ਼ਨ ਉਹ ਦੇ ਸਕਦਾ, 62 ਫੇਸ਼ੀਅਲ ਇੰਪ੍ਰੈਸ਼ਨ, ਗੁੱਸੇ ਦੇ, ਖੁਸ਼ੀ ਦੇ, ਗਮ ਦੇ, ਹਾਂਜੀ, ਮੁਸਕਰਾਹਟ ਦੇ, ਔਰ ਉਹ ਇੰਟਰਵਿਊ ਵੀ ਦੇ ਸਕਦਾ।
ਜੇਕਰ ਤੁਸੀਂ ਉਹਦਾ ਇੰਟਰਵਿਊ ਲਓ ਤੇ ਉਹ ਤੁਹਾਨੂੰ ਤੁਸੀਂ ਕੁਐਸਚਨ ਕਰੋਗੇ, ਉਹ ਤੁਹਾਡੇ ਕੁਐਸਚਨ ਦੇ ਆਨਸਰ ਦੇਗਾ। ਔਰ ਇਹ ਬੇਟੇ ਹਾਂਗਕਾਂਗ ਦੀ ਕੰਪਨੀ ਨੇ ਬਣਾਇਆ ਹੈ। ਇਸ ਨੂੰ ਹਿਊਮਨੋਇਡ ਰੋਬੋਟਸ ਕਹਿੰਦੇ ਹਾਂ ਅਸੀਂ। ਬੱਚਿਓ ਐਨੀਮਲ ਰੋਬੋਟਸ ਬਣ ਗਏ ਨੇ। ਸਨੇਕ ਵਰਗਾ ਇੱਕ ਰੋਬੋਟਸ ਹੈ ਜਿਹੜਾ ਕਿ ਸਮੁੰਦਰ ਦੀਆਂ ਗਹਿਰਾਈਆਂ 'ਚ ਜਾ ਕੇ ਸਮੁੰਦਰ 'ਚ ਕੰਮ ਕਰਦਾ ਹੈ। ਕੈਂਗਰੂ ਰੋਬੋਟਸ ਹੈ, ਤਿਤਲੀਆਂ ਵਰਗੇ ਰੋਬੋਟਸ ਨੇ। ਬੱਚਿਓ ਅੱਜ ਕੱਲ੍ਹ ਜਿਹੜਾ ਹੈ ਇਲਾਜ ਦੇ ਮੈਡੀਕਲ ਸਾਇੰਸ ਦੇ ਵਿੱਚ ਵੀ ਰੋਬੋਟਸ ਜਿਹੜਾ ਹੈ ਬਹੁਤ ਵੱਡਾ ਕੰਮ ਕਰ ਰਹੇ ਨੇ। ਅੱਜ ਕੱਲ੍ਹ ਜਿਸ ਤਰ੍ਹਾਂ ਕਰੋਨਾ ਵਾਇਰਸ ਦੇ ਪੇਸ਼ੈਂਟਸ ਬਹੁਤ ਆ ਰਹੇ ਨੇ, ਇੱਕ ਬਹੁਤ ਭਿਅੰਕਰ ਬਿਮਾਰੀ ਹੈ। ਬਹੁਤ ਸਾਰੀ ਜਗ੍ਹਾ 'ਤੇ ਜਿੱਥੇ ਬਹੁਤ ਕ੍ਰਿਟੀਕਲ ਪੇਸ਼ੈਂਟਸ ਰੱਖੇ ਜਾਂਦੇ ਨੇ, ਰੋਬੋਟਸ ਜਿਹੜੇ ਨੇ ਉਹ ਉਹਨਾਂ ਪੇਸ਼ੈਂਟਸ ਦੇ ਚੈੱਕਅਪ ਕਰਦੇ ਨੇ। ਉਹਦੀ ਸਾਰੀ ਦੀ ਸਾਰੀ ਜਾਣਕਾਰੀ ਦੂਰ ਬੈਠੇ ਡਾਕਟਰ ਜੋ ਨਰਸ ਨੂੰ ਦਿੰਦੇ ਨੇ। ਇਸ ਦੇ ਨਾਲ ਜਿਹੜਾ ਹੈ ਅੱਗੇ ਨਾ ਉਹ ਵਧੇ ਜਾਂ ਡਾਕਟਰ 'ਚ ਨਾ ਜਾਏ। ਇਹ ਬਹੁਤ ਵਧੀਆ ਕੰਮ ਅੱਜ ਕੱਲ੍ਹ ਵੀ ਰੋਬੋਟਸ ਜਿਹੜੇ ਨੇ ਈਵਨ ਇੰਡੀਆ ਦੇ ਵਿੱਚ ਵੀ ਕਰ ਰਹੇ ਨੇ। ਇਸ ਤੋਂ ਇਲਾਵਾ ਇੱਕ ਡੈਕਾ ਨਾਂ ਦਾ ਰੋਬੋਟਸ ਹੈ। ਬੱਚਿਓ ਇਹ ਅਮਰੀਕਨ ਕੰਪਨੀ ਨੇ ਬਣਾਇਆ। ਔਰ ਇਹਦਾ ਕੀ ਕੰਮ ਹੈ, ਇਹ ਜਿਹੜੇ ਬੰਦੇ ਜਿਹੜੇ ਨੇ ਜਿਨ੍ਹਾਂ ਦੀ ਜਨਮ ਤੋਂ ਹੀ ਬਾਹਾਂ ਜਾਂ ਲੱਤਾਂ ਨਹੀਂ ਹੈਗੀਆਂ ਜਾਂ ਕਿਸੇ ਐਕਸੀਡੈਂਟ 'ਚ ਲੱਤ ਜਾਂ ਬਾਂਹ ਚਲੀ ਗਈ ਹੈ, ਅਤੇ ਉਹਨਾਂ ਨੂੰ ਇਹ ਰੋਬੋਟਿਕ ਆਰਗਨਸ ਜਿਹੜੇ ਨੇ ਉਹ ਉਹਨਾਂ ਨੂੰ ਦੇ ਦਿੱਤੇ ਜਾਂਦੇ ਨੇ, ਜਿਹੜੇ ਇੱਕ ਆਮ ਜਿਹੜੀ ਹੈ ਬਾਂਹ ਜਾਂ ਲੱਤ ਵਾਂਗ ਹੀ ਕੰਮ ਕਰਦੇ ਨੇ। ਬੱਚਿਓ ਅਗਲਾ ਯੁੱਗ ਜਿਹੜਾ ਹੈ, ਕੱਲ੍ਹ ਜਿਹੜਾ ਹੈ, ਇਹ ਰੋਬੋਟਸ ਦਾ ਹੈ। ਔਰ ਸੱਚਮੁੱਚ ਰੋਬੋਟਸ ਜਿਹੜੇ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਹੀ ਸੁਖਦ ਔਰ ਆਰਾਮਦਾਇਕ ਕਰ ਦੇਣਗੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਟੂ ਆਲ ਆਫ ਯੂ।